ਮੁਲਕ ਦੇ ਵਿੱਚ ਹਵਾਈ ਸਫ਼ਰ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। 25 ਮਈ ਤੋਂ ਹਵਾਈ ਸਫ਼ਰ ਸ਼ੁਰੂ ਹੋਵੇਗਾ, ਪਰ ਇਹ ਸਫ਼ਰ ਸ਼ਰਤਾਂ ਵਾਲਾ ਹੋਵੇਗਾ। ਹਾਲਾਂਕਿ ਕਿਰਾਇਆ ਪਹਿਲਾਂ ਤੋਂ ਹੀ ਤੈਅ ਕਰ ਦਿੱਤਾ ਗਿਆ ਹੈ, ਪਰ ਤੁਹਾਨੂੰ 에ਅਰਪੋਰਟ 2 ਘੰਟੇ ਪਹਿਲਾਂ ਪਹੁੰਚਣਾ ਹੋਵੇਗਾ। ਹੋਰ ਕਿਹੜੀਆਂ ਹਦਾਇਤਾਂ ਨੇ ਉਹ ਵੀ ਦਿਖਾਉਂਦੇ ਇਸ ਰਿਪੋਰਟ ਵਿੱਚ। कोरोना ਦੇ ਪੰਜੇ ਦੀ ਜਕੜ ਦਰਮਿਆਨ ਮੁਲਕ ਮੁੜ ਤੋਂ ਉਡਾਨ ਭਰਨ ਲਈ ਤਿਆਰ ਹੈ। 25 ਮਈ ਤੋਂ ਦੇਸ਼ ਅੰਦਰ ਘਰੇਲੂ ਉਡਾਨਾਂ ਨੂੰ ਇਜਾਜ਼ਤ ਦੇ ਦਿੱਤੀ ਗਈ ਹੈ, ਪਰ ਸਫ਼ਰ ਸ਼ਰਤਾਂ ਸਣੇ ਹੋਵੇਗਾ। ਅਗਲੇ 3 ਮਹੀਨਿਆਂ ਲਈ ਇਹ ਸ਼ਰਤਾਂ ਲਾਗੂ ਰਹਿਣਗੀਆਂ, ਯਾਨੀ ਕਿ 25 ਮਈ ਤੋਂ 24 ਅਗਸਤ ਤੱਕ ਉਡਾਨਾਂ ਵਿਸ਼ੇਸ਼ ਹਦਾਇਤਾਂ ਦੇ ਨਾਲ ਹੀ ਉੱਡ ਸਕਣਗੀਆਂ ਅਤੇ ਮੈਟਰੋ ਤੋਂ ਮੈਟਰੋ ਸਿਟੀ ਲਈ ਨੇਮ ਵੱਖਰੇ ਨੇ ਅਤੇ ਮੈਟਰੋ ਤੋਂ ਨਾਨ ਮੈਟਰੋ ਸਿਟੀ ਲਈ ਵੀ ਨੇਮ ਵੱਖਰੇ ਨੇ। दिल्ली, मुंबई, कोलकाता, चेन्नई मैट्रो शहरां दी लिस्ट 'ਚ ने। एयरपोर्ट दा 1/3 हिस्सा ही इस्तेमाल किया जाएगा। As I said, the domestic civil aviation operations will be permitted with effect from 25th May to a limited extent of the required and approved capacity of the summer schedule 2020, as I'm going to list out. For operations from metro to metro cities, 1/3 capacity of the approved summer schedule 2020. So approved 1/3 would be more, 33.333%. So most of you had your range correct. Those who said 30% hoga ya 35% hoga. For operations from metro to non-metro cities and vice versa, where the weekly departures are greater than 100, 1/3 of the capacity of the approved summer schedule 2020. For operations from metro to non-metro cities and vice versa, where the weekly departures are less than 100, airlines are free to operate any routes of the 1/3 capacity of the approved summer schedule 2020. For all other cities, airlines are free to operate any routes of the 1/3 capacity of the approved summer schedule 2020. When I use the word metro cities, this means Delhi, Mumbai, Bengaluru, Chennai, Hyderabad and Kolkata. This order, which is being issued today, and the airlines operations will commence on Monday the 25th. This shall remain in force till 23:59 hours Indian Standard Time on 24th August 2020. ਨਵੇਂ ਸਫ਼ਰ ਲਈ ਨੇਮ ਵੀ ਨਵੇਂ ਨੇ। ਡਿਪਾਰਚਰ ਦੇ ਲਈ 19 ਅਤੇ ਅਰਾਈਵਲ ਦੇ ਲਈ 36 ਗਾਈਡਲਾਈਨਸ ਨੇ। ਕੰਟੇਨਮੈਂਟ ਜ਼ੋਨ 'ਚ ਰਹਿਣ ਵਾਲੇ ਸਫ਼ਰ ਨਹੀਂ ਕਰ ਸਕਣਗੇ। ਮੁਸਾਫਿਰਾਂ ਨੂੰ ਆਨਲਾਈਨ ਚੈੱਕ-ਇਨ ਯਾਨੀ ਕਿ ਵੈਬ ਚੈੱਕ-ਇਨ ਦੀ ਸਹੂਲਤ ਹੈ। ਮੁਸਾਫਿਰਾਂ ਦੀ ਥਰਮਲ ਸਕਰੀਨਿੰਗ ਹੋਵੇਗੀ। ਕੋਰੋਨਾ ਲੱਛਣ ਵਾਲੇ ਮੁਸਾਫਿਰ ਨੂੰ ਫਲਾਈਟ ਬੋਰਡਿੰਗ ਦੀ ਇਜਾਜ਼ਤ ਨਹੀਂ ਹੈ। 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਇਲਾਵਾ ਸਭ ਦੇ ਫੋਨ ਵਿੱਚ ਆਰੋਗਯ ਸੇਤੂ ਐਪ ਜ਼ਰੂਰੀ ਹੈ। ਬਿਨਾਂ ਆਰੋਗਯ ਸੇਤੂ ਐਪ ਤੋਂ 에ਅਰਪੋਰਟ ਤੇ ਦਾਖਲਾ ਮੁਮਕਿਨ ਨਹੀਂ ਹੋਵੇਗਾ। ਮੁਸਾਫਿਰਾਂ ਨੂੰ ਯਾਤਰਾ ਤੋਂ 2 ਘੰਟੇ ਪਹਿਲਾਂ 에ਅਰਪੋਰਟ ਪਹੁੰਚਣਾ ਹੋਵੇਗਾ। ਫਲਾਈਟ 'ਚ 4 ਘੰਟੇ ਜਾਂ ਫਿਰ ਘੱਟ ਸਮਾਂ ਬਾਕੀ ਹੋਣ ਤੇ 에ਅਰਪੋਰਟ ਟਰਮੀਨਲ ਬਿਲਡਿੰਗ 'ਚ ਐਂਟਰੀ ਹੋਵੇਗੀ। 에ਅਰਪੋਰਟ ਦੇ ਅੰਦਰ 2 ਸੀਟਾਂ ਖਾਲੀ ਛੱਡ ਕੇ ਮੁਸਾਫਿਰ ਬੈਠਣਗੇ। ਨਿੱਜੀ ਵਾਹਨਾਂ ਨੂੰ 에ਅਰਪੋਰਟ ਏਰੀਆ 'ਚ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਚੋਣਵੀਆਂ ਕੈਬ ਅਤੇ ਟੈਕਸੀਆਂ ਜ਼ਰੀਏ ਮੁਸਾਫਿਰ 에ਅਰਪੋਰਟ ਪਹੁੰਚ ਸਕਣਗੇ। ਇੱਕ ਬੈਗ ਚੈੱਕ-ਇਨ ਲਈ ਲਿਜਾ ਸਕਦੇ ਹੋ। ਘੱਟ ਸਮਾਨ ਨਾਲ ਯਾਤਰਾ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਸਿਰਫ ਖਾਸ ਮਾਮਲਿਆਂ ਤੋਂ ਇਲਾਵਾ ਟਰਮੀਨਲਸ ਤੇ ਟਰਾਲੀ ਦੀ ਸਹੂਲਤ ਨਹੀਂ ਹੋਵੇਗੀ। ਕੈਬਿਨ ਬੈਗੇਜ ਦੀ ਸਹੂਲਤ ਫਿਲਹਾਲ ਨਹੀਂ ਮਿਲੇਗੀ। ਮੁਸਾਫਿਰਾਂ ਨੂੰ ਫਲਾਈਟ 'ਚ ਖਾਣਾ ਵੀ ਨਹੀਂ ਦਿੱਤਾ ਜਾਏਗਾ। ਫਲਾਈਟ ਦੇ ਵਿੱਚ ਅਖਬਾਰ ਜਾਂ ਫਿਰ ਮੈਗਜ਼ੀਨ ਵੀ ਉਪਲਬਧ ਨਹੀਂ ਹੋਏਗੀ। Passengers will be required to wear protective gear, face mask, and to carry sanitizer bottles.
Airlines shall not provide meal services on board. Water bottles will be made available in the gallery area or on the seats. The cabin crew will be required to be in full protective gear, full protective suit. Only one check-in bag will be allowed. Passengers should report at least 2 hours before the departure time. On arrival at the destination, the traveling passengers will have to adhere to such health protocols as are prescribed by the destination state or union territories, and fares will be regulated and should be within a fixed range. ਇਸ ਸਫ਼ਰ ਲਈ ਕਿਰਾਏ ਬਾਬਤ ਵੀ ਹੱਦ ਮਿੱਥੀ ਗਈ ਹੈ ਅਤੇ ਤੈਅ ਕੀਤੇ ਕਿਰਾਏ ਮੁਤਾਬਕ ਹੀ 에ਅਰਲਾਈਨਸ ਟਿਕਟਾਂ ਉਪਲਬਧ ਕਰਵਾਏਗੀ ਅਤੇ 7 ਰੂਟ ਨਿਰਧਾਰਿਤ ਕੀਤੇ ਗਏ ਨੇ। ਪਹਿਲਾ ਰੂਟ 40 ਮਿੰਟ ਤੋਂ ਘੱਟ ਹੋਵੇਗਾ, ਦੂਜਾ ਰੂਟ 40 ਤੋਂ 60 ਮਿੰਟ ਦਰਮਿਆਨ ਹੋਵੇਗਾ, ਤੀਜਾ ਰੂਟ 60 ਤੋਂ 90 ਮਿੰਟ ਦਾ ਹੋਵੇਗਾ, ਚੌਥਾ ਰੂਟ 90 ਤੋਂ 120 ਮਿੰਟ ਵਿੱਚ ਮਿੱਥਿਆ ਗਿਆ ਹੈ, ਪੰਜਵਾਂ ਰੂਟ 120 ਤੋਂ 150 ਮਿੰਟ ਦਾ ਹੋਵੇਗਾ, ਛੇਵਾਂ ਰੂਟ 150 ਤੋਂ 180 ਮਿੰਟ ਦੇ ਦਰਮਿਆਨ ਹੋਵੇਗਾ, ਸੱਤਵਾਂ ਰੂਟ 180 ਤੋਂ 210 ਮਿੰਟ ਦੇ ਦਰਮਿਆਨ ਹੋਵੇਗਾ। ਹਰ ਸਫ਼ਰ ਦਾ ਖਾਕਾ ਇਹਨਾਂ ਰੂਟਸ ਦੇ ਹਿਸਾਬ ਦੇ ਨਾਲ ਹੀ ਉਲੀਕਿਆ ਜਾਏਗਾ। We have divided them into 7 sections. In section 1 are those routes where the flight duration is less than 40 minutes. In the second section are those routes which would qualify in the next segment of more than 40 minutes but up to 60 minutes. तीसरे सेगमेंट में जो 60 मिनट से लेके 90 मिनट तक, चौथे में 90 मिनट से लेके 120 मिनट तक, मतलब जहां पे फ्लाइट ड्यूरेशन 1.5 घंटे से 2 घंटे की होगी। In the fifth one, from 2 hours to 2.5 hours, 120 से 150 मिनट तक। छठे सेक्शन में 150 मिनट से लेके जैसे 2.5 घंटे से लेके 3 घंटे तक, 150 to 180, and in the final section 180 minutes to 210 minutes, that is 3 hours to 3.5 hours. And I think all the routes within the country, no matter which point you start from and whichever the point of destination is, they come within these 6. So what we've done is to set a minimum fare and a maximum fare. In the case of Delhi-Mumbai, the minimum fare would be 3,500 rupees for a journey which is between 90 minutes and 120 minutes, and the maximum fare would be 10,000 rupees. This is operative for 3 months, that is till 1 minute to midnight on 24th August. जैसे मैंने कहा, this whole scheme is 40% of the seats have to be sold at a fare less than the midpoint of the band. I'll repeat. 40% मतलब जितनी भी सीटें हैं उसका 40% अगर हम अपर बैंड और लोअर बैंड का मिड पॉइंट लें, उदाहरण के लिए 3,500 और 10,000, इसका मिड पॉइंट बनता है लगभग 6,700। तो हम बोल रहे हैं कि 40% जितनी भी सीटें हैं उनको 6,700 से कम में बेचनी है। ਰੇਲ ਲੀਹਾਂ ਤੇ ਆ ਗਈ ਹੈ, ਬੱਸਾਂ ਸੜਕਾਂ ਤੇ ਨੇ ਅਤੇ ਹੁਣ ਹਵਾਈ ਸਫ਼ਰ ਦਾ ਵੀ ਆਗਾਜ਼ ਹੋਣ ਵਾਲਾ ਹੈ। ਪਰ ਅੰਤਰਰਾਸ਼ਟਰੀ ਹਵਾਈ ਸੇਵਾ ਲਈ ਅਜੇ ਥੋੜਾ ਇੰਤਜ਼ਾਰ ਕਰਨਾ ਹੋਏਗਾ, ਕਿਉਂਕਿ ਦਲੀਲ ਹੈ ਕਿ ਪੜਾਅ ਦਰ ਪੜਾਅ ਹਾਲਾਤ ਨੂੰ ਭਾਂਪੜ ਮਗਰੋਂ ਹੀ ਅਗਲੀ ਰਣਨੀਤੀ ਅਮਲ 'ਚ ਲਿਆਂਦੀ ਜਾਏਗੀ। Gained some experience through Vande Bharat. Now we are increasing that. Now we are starting domestic civil aviation, initially 1/3. और जो हमारा वहाँ पे अनुभव होगा, based on our, we might need to tweak procedures, then we will go into international travel. 에ਅਰਪੋਰਟ ਦੇ ਅੰਦਰ ਤਾਂ ਭਾਵੇਂ ਸੋਸ਼ਲ ਡਿਸਟੈਂਸਿੰਗ ਲਈ ਨਿਸ਼ਾਨ ਬਣਾ ਥਾਵਾਂ ਮਿੱਥੀਆਂ ਗਈਆਂ ਨੇ,
ਤਾਂ ਜੋ ਕਰੋਨਾ ਤੋਂ ਦੂਰੀ ਬਣਾ ਕੇ ਰੱਖੀ ਜਾਏ। ਬੱਸਾਂ 'ਚ ਵੀ ਇਹੀ ਨੇਮ ਲਾਗੂ ਨੇ, ਪਰ ਹਵਾਈ ਸਫ਼ਰ ਦੌਰਾਨ ਵਿਚਲੀ ਸੀਟ ਖਾਲੀ ਰੱਖਣ ਦੇ ਸਵਾਲ ਤੇ ਟਾਲਾ ਹੀ ਵੱਟਿਆ ਗਿਆ। ਸਾਂਝਾ ਸਪੈਸ਼ਲ ਦੇ ਵਿੱਚ ਫਿਲਹਾਲ ਵੇਲਾ ਇੱਕ ਛੋਟੇ ਜਿਹੇ ਬ੍ਰੇਕ ਦਾ ਹੈ। ਬ੍ਰੇਕ ਦੇ ਉਸ ਪਾਰ ਦਿਖਾਵਾਂਗੇ ਕਿ 1 ਜੂਨ ਤੋਂ ਪੰਜਾਬ ਦੇ ਲਈ ਕਿੰਨੀਆਂ ਟ੍ਰੇਨਾਂ ਸ਼ੁਰੂ ਹੋਣਗੀਆਂ।